ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। अब तो जाए चढ़े सिंहासन मिले हैं सारंग पानी। राम कबीरा एक भय हैं कोई न सके पछानी। ਭਾਰਤੀ ਭਗਤ ਕਾਲ ਵਿੱਚ ਕਬੀਰ ਦਾ ਆਗਮਨ ਇੱਕ ਅਦੁੱਤਾ ਆਗਮਨ ਹੈ। ਕਬੀਰ ਭਗਤ ਸ਼੍ਰੇਣੀ ਦੇ ਚੋਂ ਸਿਰਮੌਰ ਹੈ। ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਆਪ ਨੇ ਆਪਣੇ ਵਿਚਾਰਾਂ ਰਾਹੀਂ ਰੋਸ਼ਨੀ ਪਾਈ ਹੈ। ਚਾਹੇ ਉਹ ਸਮਾਜਿਕ ਜੀਵਨ ਹੈ, ਚਾਹੇ ਉਹ ਧਾਰਮਿਕ ਹੈ ਤੇ ਚਾਹੇ ਉਹ ਰਾਜਨੀਤਿਕ ਹੈ। ਡਿੰਬ ਪਖੰਡ ਦਾ ਆਪ ਨੇ ਖੁੱਲ੍ਹੇ ਸ਼ਬਦਾਂ ਵਿੱਚ ਖੰਡਨ ਕੀਤਾ ਔਰ ਧਰਮ ਦੀ ਬੁਨਿਆਦ ਆਪ ਨੇ ਸੱਚ ਦਸੀ, ਦਇਆ ਦਸੀ, ਸੰਤੋਖ ਦਸੀ। ਜੇਠ ਦੀ ਪੂਰਨਮਾਸੀ ਬਿਕਮੇ ਸੰਮਤ 1455 ਵਿੱਚ ਕਬੀਰ ਦਾ ਜਨਮ ਬਨਾਰਸ ਵਿੱਚ ਨੀਮੂ ਨੀਰਾ ਜੁਲਾਹੇ ਦੇ ਘਰ ਹੋਇਆ। ਇਹ ਮਜ਼ਹਬ ਤੋਂ ਮੁਸਲਮਾਨ ਸਨ, ਪਰ ਕਬੀਰ ਦੇ ਸੰਸਕਾਰ ਹਿੰਦੂ ਮੁਸਲਿਮ ਤੋਂ ਬਾਲਾਤਰ ਔਰ ਉਹਨਾਂ ਨੇ ਬਕਾਇਦਾ ਐਸਾ ਆਖਿਆ ਵੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ ਅਲ ਹੈ ਰਾਮ ਕੇ ਪਿੰਡ ਪਰਾਂ। ਰਾਮ ਆਖਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ, ਅੱਲਾ ਨੂੰ ਮੰਨਣ ਵਿੱਚ ਮੈਨੂੰ ਕੋਈ ਇਨਕਾਰ ਨਹੀਂ, ਲੇਕਿਨ ਮੈਂ ਹਿੰਦੂ ਨਹੀਂ, ਮੈਂ ਮੁਸਲਿਮ ਨਹੀਂ। ਜਿਸ ਤਰ੍ਹਾਂ ਸੂਰਜ ਦਾ ਚਾਨਣਾ ਸਾਰਿਆਂ ਲਈ ਆਉਂਦਾ ਹੈ, ਕਬੀਰ ਦੇ ਵਿਚਾਰ ਸਰਬ ਸਾਂਝੇ ਨੇ, ਸਾਰਿਆਂ ਲਈ ਨੇ। ਆਮ ਅਵਤਾਰੀ ਤੇ ਭਗਤਾਂ ਦੇ ਜਨਮ ਦੀ ਤਰ੍ਹਾਂ ਆਪ ਦਾ ਵੀ ਜਨਮ ਕਾਲ ਬੜੇ ਰਹੱਸਮਈ ਢੰਗ ਦੇ ਨਾਲ ਬਤੀਤ ਹੋਇਆ। ਆਪ ਹੱਸਦੇ ਹੋਏ ਜਗਤ ਦੇ ਚਾਏ, ਜਦ ਕਿ ਜਗਤ ਦਾ ਨਿਯਮ ਹੈ ਬਾਲਕ ਅਕਸਰ ਰੋਂਦੇ ਹੋਏ ਆਉਂਦੇ ਹਨ ਔਰ ਅੰਤ ਵੀ ਅਕਸਰ ਰੋਂਦਿਆਂ ਹੋਇਆਂ ਹੀ ਹੁੰਦਾ ਹੈ। ਪਰਮ ਪੁਰਖ ਦੀ ਇਹ ਪਹਿਚਾਨ ਹੈ, ਹੱਸਦਾ ਹੋਇਆ ਆਉਂਦਾ ਹੈ, ਹੱਸਦਾ ਹੋਇਆ ਜੀਵਦਾ ਹੈ, ਹੱਸਦਾ ਹੋਇਆ ਰੁਖਸਤ ਹੋ ਜਾਂਦਾ ਹੈ। ਸਾਰੀ ਜ਼ਿੰਦਗੀ ਹਾਸੇ ਵੰਡਣੇ, ਖੁਸ਼ੀਆਂ ਵੰਡਣੀਆਂ, ਪਰਮ ਆਨੰਦ ਵੰਡਣਾ, ਇਹ ਮਹਾਂਪੁਰਖ ਦੀ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ, ਲਕਸ਼ ਹੁੰਦਾ ਹੈ। ਨੀਮੂ ਨੀਰਾ ਅਧਕੜ ਉਮਰ ਦੇ ਵਿੱਚ ਆਪਣੇ ਘਰ ਇਸ ਅਦੁੱਤੀ ਸੰਤਾਨ ਨੂੰ ਵੇਖ ਕੇ ਫੁੱਲੇ ਨਹੀਂ ਸਮਾਉਂਦੇ। ਬਚਪਨ ਕਾਲ ਤੋਂ ਹੀ ਆਪ ਅਗੰਮੀ ਗੱਲਾਂ ਹਰ ਮਹਿਫਿਲ ਦੇ ਵਿੱਚ ਬੈਠ ਕੇ ਕਰਦੇ ਸਨ। ਬੱਚਿਆਂ ਨਾਲ ਬੈਠਣਾ ਪਰ ਗੱਲ ਆਗਮ ਨਿਗਮ ਦੀ ਕਰਨੀ, ਖੇਡਣ ਲਈ ਬੈਠਣਾ ਪਰ ਗੱਲ ਅੱਲਾ ਦੀ ਕਰਨੀ, ਰਾਮ ਦੀ ਕਰਨੀ। ਖੇਡ ਦੇ ਵਿੱਚ ਰੁਚੀਆਂ ਨਾ ਹੋ ਕੇ ਖੇਡ ਨੂੰ ਵੀ ਬੰਦਗੀ ਦੀ ਸ਼ਕਲ ਬਣਾ ਦੇਣੀ, ਇਹ ਕਬੀਰ ਦਾ ਰੋਜ਼ਮर्रा ਦਾ ਕਰਮ ਸੀ। ਵਿਦਿਅਕ ਮੰਦਰਾਂ ਤੇ ਧਾਰਮਿਕ ਮੰਦਰਾਂ ਦੇ ਦੁਆਰ ਆਪ ਲਈ ਬੰਦ ਸਨ, ਕਿਉਂ ਕਿ ਆਪ ਜੁਲਾਹੇ ਘਰ ਵਿੱਚ ਜਨਮੇ ਸਨ। ਇਸ ਲਈ ਇਸ ਦੇਸ਼ ਦੀ ਵਰਣ ਪ੍ਰਥਾ ਦੇ ਮੁਤਾਬਕ ਆਪ ਸ਼ੂਦਰ ਸਨ ਤੇ ਸ਼ੂਦਰ ਦੇ ਕੋਲੋਂ ਇਹ ਅਖਤਿਆਰ ਖੋਹ ਲਿਆ ਗਿਆ ਸੀ। ਨਾ ਉਹ ਵਿੱਦਿਆ ਪੜ੍ਹ ਸਕਦਾ ਸੀ ਤੇ ਨਾ ਹੀ ਉਹ ਧਰਮ ਮੰਦਰ ਤੇ ਜਾ ਕੇ ਪੂਜਾ ਪ੍ਰਤਿਸ਼ਠਾ ਕਰ ਸਕਦਾ ਸੀ। ਮਨੁੱਖ ਦਾ ਸਾਰਾ ਵਿਕਾਸ ਵਿਦਿਅਕ ਮੰਦਰਾਂ ਤੇ ਧਾਰਮਿਕ ਮੰਦਰਾਂ ਦੇ ਆਸਰੇ ਤੇ ਹੁੰਦਾ ਹੈ। ਬੌਧਿਕ ਵਿਕਾਸ ਵਿਦਿਅਕ ਮੰਦਰਾਂ ਦੇ ਆਲੇ ਦੁਆਲੇ ਤੇ ਅਧਿਆਤਮਿਕ ਵਿਕਾਸ ਮਨੁੱਖ ਦਾ ਧਾਰਮਿਕ ਮੰਦਰਾਂ ਦੇ ਆਸਰੇ ਤੇ ਹੁੰਦਾ ਹੈ। ਜਿਸ ਬੰਦੇ ਲਈ ਇਹ ਦੋਵੇਂ ਦੁਆਰ ਬੰਦ ਕਰ ਦਿੱਤੇ ਜਾਣ, ਉਸ ਮਨੁੱਖ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ। ਪਰ ਇਹ ਤੇ ਕੋਈ ਧੁਰ ਦਰਗਾਹੋਂ ਹੀ ਪੜ੍ਹਿਆ ਹੋਇਆ ਪੁਰਸ਼ ਆਇਆ, ਭਾਵੇਂ ਦੋਵੇਂ ਮੰਦਰਾਂ ਦੇ ਦੁਆਰ ਆਪ ਲਈ ਬੰਦ ਨੇ, ਲੇਕਿਨ ਫਿਰ ਵੀ ਆਪ ਨੇ ਸਾਰੀ ਮਨੁੱਖਤਾ ਲਈ ਧਾਰਮਿਕ ਮੰਦਰ ਤੇ ਵਿਦਿਅਕ ਮੰਦਰਾਂ ਦੇ ਦੁਆਰ ਆਪਣੇ ਰਾਹੀਂ ਖੋਲੇ। ਜਗਤ ਨੂੰ ਚਾਨਣਾ ਦਿੱਤਾ, ਵਿਦਿਆ ਦੇ ਰਾਹੀਂ ਜਗਤ ਨੂੰ ਚਾਨਣਾ ਦਿੱਤਾ, ਧਰਮ ਗਿਆਨ ਦੇ ਰਾਹੀਂ। ਬ੍ਰਾਹਮਣ ਦੀ ਇਹ ਮਨੌਤ ਸੀ ਕਿ ਆਲਮ ਫਾਜ਼ਲ ਭਗਤ ਸੰਤ ਜਨ ਕੇਵਲ ਬ੍ਰਾਹਮਣ ਦੇ ਘਰ ਹੀ ਪੈਦਾ ਹੁੰਦੇ ਨੇ। ਇਸ ਵਾਸਤੇ ਆਪ ਦੇ ਨਾਲ ਅਨੇਕਾਂ ਹੀ ਮਿੱਥ ਜੁੜ ਗਈਆਂ। ਜੈਸੇ ਕਿ ਇੱਕ ਕੁਆਰੀ ਬ੍ਰਾਹਮਣੀ ਦੇ ਕੁੱਖ ਤੋਂ ਬਾਲਕ ਦਾ ਜਨਮ ਹੋਇਆ ਔਰ ਉਹਨੇ ਗੰਗਾ ਦੇ ਤੱਟ ਤੇ ਉਸ ਨੂੰ ਸੁੱਟ ਦਿੱਤਾ ਔਰ ਉਹਨੂੰ ਨੀਮਾ
ਤੇ ਨੀਰੂ ਜੁਲਾਹਾ ਚੁੱਕ ਕੇ ਲੈ ਆਏ। ਇਹ ਇੱਕ ਮਿੱਥ ਹੈ, ਜਦ ਕਿ ਹਕੀਕਤ ਹੈ ਕਿ ਨੀਮੂ ਤੇ ਨੀਰਾ ਦੇ ਘਰ ਬਕਾਇਦਾ ਕਬੀਰ ਦਾ ਜਨਮ ਹੋਇਆ। कबीर ने अपनी ज़ात छुपाई नहीं, कबीर मेरी ज़ात को सब कोई हंसने हार, बलहारी इस जात को जै जप्यो सिरजनहार। की ज़ात है जात जुलाहा, मत का धीर, सहज सहज गुण रवे कबीर। गल स्पष्ट कर दी, ज़ात दा मैं जुलाहा, वर्ण करके मैं शूद्र हाँ। इसलिए मैं जगत के सामने वो विचारां रखदा कि मनुख नाल ना कोई वर्ण जोड़िया जाए, मनुख नाल ना कोई जात जोड़ी जाए। गर्भवास में कुल नहीं जाती, ब्रह्म बिंदे ते सब उत्पाती। ये कबीर दे बोल ने। जात दा जन्म शरीर दे जन्म दे नाल है, वर्ण दा जन्म शरीर दे जन्म दे नाल है। ते कबीर कहंदे मैं इस शरीर तो पहले भी सी, जद मैं पहले भी सी ते इस वरण का, इस जात का मेरे नाल जोड़ना एक बच्चों की खेल है। लेकिन बड़े बड़े आलम विद्वान भी कई दफ़ा इस तरह की बच्चों की खेल करते हैं। सारी मनुखता नूं साडे देश के मुखी लोगों ने 4 हिस्सों में वंड के रखिया होया सी, जिस तो कबीर बिल्कुल इनकारी होए। इस वंड नूं मनण तो आपने बिल्कुल इनकार कर दिता। आपने स्पष्ट रूप में कह दिता, जे तू ब्राह्मण ब्राह्मणी जाया, तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। मेरे शरीर नूं कोई चीरे ते लहू निकलदा है, पर ऐ ब्राह्मण तेरे शरीर नूं कोई चीरे ते दुध थोड़ी निकलदा है, उस दे विच भी ते लहू ही निकलदा है। मेरे शरीर दे अंदर हड्ड मांस मिंज और दुर्गंधी इत्यादि है, तेरे शरीर दे विच भी ते यही कुछ है। शरीरक तल ते अपने ब्राह्मण होने का सबूत दे कि तेरे ते मेरे च फर्क की है। फर्क होंदा है मन दे च, फर्क होंदा है विचारां दे च, फर्क होंदा है सोचने दे च। और मेरे विचारां दे च परमात्मा है, मेरे विचारां दे च सच है, मेरे विचारां दे च ईश्वर है, मेरी सोच मंडल दे च परमात्मा है। इस वास्ते मैं ते उसनूं ब्राह्मण मनदा। कहो कबीर जो ब्रह्म विचारे, सो ब्राह्मण कहियत है हमारे। शरीर दे तल ते ना कोई नीवा है ना कोई उच्चा है, विचार दे तल ते मनुख नीवा है, मनुख उच्चा है। हकीकत है जिस दे विचार नीवे ने वो नीवा है, जिस दे विचार उच्चे ने वो उच्चा है। तो कबीर कहंदे मेरे विचार ब्रह्म जैसे ने, पर अक्सर मनुख की दृष्टि शरीर ते ही रुकती है। कैसी एक अगम्मी गाथा है साडे देश दे प्रचलित कि ऋषि अष्टावकर जो अपने शरीर दे 8 बल रखते सन, लत्तां टेढ़ियां, बावां टेढ़ी, गर्दन टेढ़ी, गर्म जो है लक टेढ़ा, गरस के सारा शरीर 8 बलों दे बकायदा विंगा होया होया। कहंदे ने जनक दी सभा दे जद आप दा अचानक आना होया, क्योंकि आप दे पिता राजगुरु सन ते किसी कारण करके आप पिता नूं ही बुलाण वास्ते आए। ते शरीर दे ये 8 बल वेख के जनक दी सभा विच बैठे हुए ब्राह्मण हस पे, और हसी दे च मखौल सी, हसी दे च तनस सी, हसी दे च निंदा सी, हसी दे च चोट सी। चोट करनी होवे किसे ते मनुख रो के भी चोट कर सकता है, हस के भी चोट कर सकता है। चोट करनी होवे किसे ते मनुख ने तां ओ अपमान करके भी चोट कर सकता है, सन्मान दे के भी चोट कर सकता है। चोट करनी होवे किसे ते हकीकत है किसे दी इज्जत करके भी चोट की जा सकती है, बेइज्जती करके भी चोट की जा सकती है। किसे दा देना भी दरअसल खोना आउंदा है, ते कई दफ़ा किसे दा खोना भी वास्तविक देना आउंदा है। इस हंसी दे बहुत गहरी चोट सी अष्टावकर नूं लगी। आपने सुते सिदकिया, राजन अज पता चलिया तेरी महफिल दे चमार बैठे ने, मैं ते समझिया सी ब्राह्मण होणगे। अज पता चलिया तू शूदरां दे घिरिया होया है। महापुरुष की दृष्टि शूदर ओ जिस दे विचार नहीं ने, तू ते शूदरां दे घिरिया होया है। ये सब चमार बैठे ने,
जनक ने आख्या, ऋषि जी चमार कैसे? तो आपने कहा, इन्होंने मेरी चमड़ी वेखी है, इन्होंने मेरा शरीर वेख्या है। ਤੇ ਚਮਾਰ ਉਹ ਹੈ ਜਿਹਦੀ ਦ੍ਰਿਸ਼ਟੀ ਚਮੜੇ ਤੇ ਹੈ, ਜਿਸ ਦੀ ਦ੍ਰਿਸ਼ਟੀ ਸਰੀਰ ਤੇ ਹੈ, ਜਿਸ ਦੀ ਦ੍ਰਿਸ਼ਟੀ ਮਨ ਤੇ ਹੈ ਉਹ ਮਨੋਵਿਗਿਆਨੀ ਹੈ, ਤੇ ਜਿਸ ਦੀ ਦ੍ਰਿਸ਼ਟੀ ਆਤਮਾ ਤੇ ਹੈ ਉਹ ਸੰਤ ਹੈ, ਭਗਤ ਹੈ, ਗੁਰਮੁਖ ਹੈ। ਇਹਨਾਂ ਦੀ ਦ੍ਰਿਸ਼ਟੀ ਮੇਰੇ ਸਰੀਰ ਤੇ ਹੈ। ਇਹ ਚਮਾਰ ਨੇ, ਇਹ ਮੇਰੇ ਮਨ ਤੱਕ ਵੀ ਨਹੀਂ ਪਹੁੰਚੇ। ਇਹਨਾਂ ਨੂੰ ਵਿਦਵਾਨ ਮੰਨਾਂ ਤੇ ਮੈਂ ਕਿਸ ਤਰ੍ਹਾਂ ਮੰਨਾਂ? ਇਹਨਾਂ ਨੂੰ ਦਾਰਸ਼ਨਿਕ ਵਿਚਾਰਕ ਮੈਂ ਮੰਨਾਂ ਤੇ ਕਿਸ ਤਰ੍ਹਾਂ ਮੰਨਾਂ? ਇਹਨਾਂ ਦੀ ਤੈਅ ਕੁਛ ਵੀ ਨਹੀਂ ਹੈ। ਇਹਨਾਂ ਦੀ ਦ੍ਰਿਸ਼ਟੀ ਬਹੁਤ ਥੋਥੀ ਹੈ ਔਰ ਉੱਪਰਲੀ ਹੈ। ਔਰ ਆਪਣੇ ਵਿਚਾਰਾਂ ਦੇ ਰਾਹੀਂ ਅਹਿਸਾਸ ਕਰਾ ਦਿੱਤਾ ਜਨਕ ਨੂੰ, ਭਾਵੇਂ ਮੇਰੇ ਸਰੀਰ ਵਿੱਚ 8 ਬਲ ਨੇ, ਪਰ ਮੇਰੇ ਮਨ ਵਿੱਚ ਇੱਕ ਬਲ ਵੀ ਨਹੀਂ। ਭਾਵੇਂ ਇਹਨਾਂ ਬ੍ਰਾਹਮਣਾਂ ਦੇ ਸਰੀਰ ਵਿੱਚ ਕੋਈ ਬਲ ਨਹੀਂ, ਪਰ ਇਹਨਾਂ ਦੇ ਮਨ ਵਿੱਚ ਲੱਖਾਂ ਹੀ ਬਲ ਨੇ, ਲੱਖਾਂ ਹੀ ਵਿੰਗ ਨੇ, ਲੱਖਾਂ ਹੀ ਟੇੜਾਪਨ ਹੈ। ਤੋ ਹਕੀਕਤ ਹੈ ਭਗਤ ਕਬੀਰ ਜੀ ਦਾ ਐਸਾ ਕਹਿਣਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਵੀ ਜਿਸ ਢੰਗ ਨਾਲ ਜਗਤ ਤੇ ਮੈਂ ਆਇਆ, ਇਹ ਬ੍ਰਾਹਮਣ ਤੇਰਾ ਵੀ ਆਉਣ ਦਾ ਢੰਗ ਹੋਈ ਹੈ। ਮਾਂ ਬਾਪ ਦੇ ਜ਼ਰੀਏ ਮੈਂ ਆਇਆ, ਮਾਂ ਬਾਪ ਦੇ ਜ਼ਰੀਏ ਤੂੰ ਆਇਆ। ਮੇਰੇ ਸਰੀਰ ਵਿੱਚ ਲਹੂ ਹੈ, ਤੇਰੇ ਸਰੀਰ ਵਿੱਚ ਵੀ ਲਹੂ ਹੈ, ਕੋਈ ਦੁੱਧ ਨਹੀਂ ਹੈ। ਫਿਰ ਤੂੰ ਬ੍ਰਾਹਮਣ ਕੈਸਾ ਤੇ ਮੈਂ ਸ਼ੂਦਰ ਕੈਸਾ? ਹਕੀਕਤ ਹੈ ਕਿ ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਜੁਲਾਹੇ ਦੇ ਘਰ ਜਨਮ ਲੈ ਕੇ ਤੇ ਇਤਨੀਆਂ ਫਿਲਸਫੇ ਪੂਰਤ ਗੱਲਾਂ ਕਰਨੀਆਂ, ਬ੍ਰਹਮ ਦੀ ਵਿਚਾਰ ਦੇਣੀ, ਦਰਅਸਲ ਇਹ ਅਖੌਤੀ ਹੰਕਾਰੀ ਬ੍ਰਾਹਮਣਾਂ ਨੂੰ ਚੰਗਾ ਨਾ ਲੱਗੇ। ਐਸਾ ਦੌਰ ਚੱਲਿਆ ਬਨਾਰਸ ਵਿੱਚ, ਆਪ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗੇ। ਔਰ ਇਹ ਇਲਜ਼ਾਮ ਪ੍ਰਥਮ ਬ੍ਰਾਹਮਣਾਂ ਦੀ ਤਰਫੋਂ ਲੱਗੇ, ਫਿਰ ਮੌਲਵੀਆਂ ਦੀ ਤਰਫੋਂ ਲੱਗੇ। ਇਹ ਪਹਿਲਾ ਐਸਾ ਪੁਰਸ਼ ਬਨਾਰਸ ਦਾ ਜਿਹਦੇ ਨਾਲ ਇਹ ਦੋਵੇਂ ਫਿਰਕਿਆਂ ਦੇ ਮੁਖੀ ਸਹਿਮਤ ਨਾ ਹੋਏ। ਉਸ ਦਾ ਇੱਕ ਕਾਰਨ, ਜਦ ਮੌਲਵੀ ਨੇ ਕਿਹਾ ਨੀਰੂ ਜੁਲਾਹੇ ਨੂੰ ਕਿ ਪੁੱਤਰ ਤੇਰਾ ਹੁਣ 9 ਸਾਲ ਦਾ ਹੋ ਗਿਆ, ਲਿਹਾਜ਼ਾ ਇਸ ਦੀ ਸੁੰਨਤ ਕਰਾਓ, ਔਰ ਇਹ ਬਕਾਇਦਾ ਸ਼ਰ੍ਹਾ ਦਾ ਧਾਰ ਨਹੀਂ ਹੋਵੇ। ਕਹਿੰਦੇ ਨੇ ਮਾਂ ਬਾਪ ਰਾਜ਼ੀ ਹੋਏ ਵੀ ਠੀਕ ਹੈ। ਔਰ ਇਸਲਾਮੀ ਜਗਤ ਵਿੱਚ ਸੁੰਨਤ ਇੱਕ ਬਹੁਤ ਖੁਸ਼ੀ ਦਾ ਦਿਨ ਗਿਣਿਆ ਜਾਂਦਾ ਹੈ। ਮਿਠਾਈ ਵੰਡੀ ਜਾਂਦੀ ਹੈ, ਮਹਿਮਾਨਾਂ ਨੂੰ ਭੋਜ ਖਾਣਾ ਖਿਲਾਇਆ ਜਾਂਦਾ ਹੈ, ਆਓ ਭਗਤ ਕੀਤੀ ਜਾਂਦੀ ਹੈ। ਔਰ ਇਹ ਬਾਲਕ ਅੱਜ ਤੋਂ ਸ਼ਰ੍ਹਾ ਵਿੱਚ ਪ੍ਰਵਿਰਤ ਹੋਇਆ, ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਮਨਾਈ ਜਾਂਦੀ ਹੈ। ਲੇਕਿਨ ਕਬੀਰ ਨੇ ਸੁੰਨਤ ਕਰਾਉਣ ਤੋਂ ਇਨਕਾਰ ਕੀਤਾ ਤੇ ਆਪ ਦੇ ਇਹ ਮਹਾਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਢੰਗ ਨਾਲ ਦਰਜ ਨੇ ਕਿ ਸੁਨਤ ਕਰੇ ਜੇ ਤੁਰਕ ਹੋਏਗਾ, ਮੈਂ ਨਾ ਬਦੋਂਗਾ ਭਾਈ, ਜੋਰੇ ਖੁਦਾਏ ਮੁਕੋ ਤੁਰਕ ਕਰੇਗਾ, ਆਪਨ ਹੀ ਕਟ ਜਾਏ। ਸਖਤ ਸਨੇਹ ਕਰ ਤੁਰਕ ਹੋਏਗਾ। ਹਕੀਕਤ ਜੇ ਸਖਤ ਛੁਰੀ ਦੇ ਨਾਲ, ਇੰਦਰੀ ਕਟਣ ਨਾਲ ਜੇ ਕੋਈ ਵਾਕਈ ਮੁਸਲਮਾਨ ਹੋ ਜਾਂਦਾ ਹੈ, ਤੇ ਐਸਾ ਅਗਰ ਰੱਬ ਚਾਹੁੰਦਾ ਸੀ ਤੋ ਰੱਬ ਸਵੈਮ ਕੱਟ ਦਿੰਦਾ, ਪਰਮਾਤਮਾ ਹੀ ਸੁਨਤ ਕਰ ਦਿੰਦਾ। ਸੁਨਤ ਕਰੇ ਜੇ ਤੁਰਕ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਬੜੀ ਕੀਮਤੀ ਗੱਲ ਕਬੀਰ ਕਹਿ ਗਏ ਨੇ, ਅਗਰ ਪੁਰਸ਼ ਦੀ ਸੁਨਤ ਕਰੋਗੇ ਤੋ ਇਸਤਰੀ ਦਾ ਕੀ ਕਰੋਗੇ? ਤੋ ਇਸਤਰੀ ਤੇ ਆਖਿਰ ਹਿੰਦੂ ਹੀ ਰਹੀ। ਅੱਧਾ ਸਰੀਰ ਮੁਸਲਿਮ, ਅੱਧਾ ਹਿੰਦੂ। ਕਬੀਰ ਨੇ ਸੁਨਤ ਕਰਾਉਣ ਤੋਂ ਇਨਕਾਰ ਕੀਤਾ ਔਰ ਆਖਿਆ ਕਿ ਸਰੀਰ ਦੇ ਸਾਰੇ ਅੰਗ ਪਰਿਪੂਰਨ ਪਰਮਾਤਮਾ ਦੀ ਤਰਫੋਂ ਸੰਪੂਰਨ ਨੇ ਤੇ ਮੈਂ ਕਿਸੇ ਵੀ ਅੰਗ ਨੂੰ ਘਟਾਉਣ ਨੂੰ ਰਾਜ਼ੀ ਨਹੀਂ। ਲੇਕਿਨ ਆਪ ਨੇ ਇਸ ਰਸਮ ਨੂੰ ਵੀ ਮੰਨਣ ਤੋਂ ਇਨਕਾਰ ਕੀਤਾ ਕਿ 9 ਸਾਲ ਦੇ ਬਾਲਕ ਨੂੰ ਜਦ ਜਗੋ ਪਵੀਤ ਕਰਾਇਆ ਜਾਂਦਾ ਹੈ ਤਾਂ ਆਪ ਇਸ ਸੰਬੰਧ ਵਿੱਚ ਵੀ ਕਹਿੰਦੇ ਨੇ, ਹਮ ਗਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਪੜਤੇ ਵੇਦ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਵੀ ਜਿਹੜਾ ਸੂਤਰ ਤੂੰ ਵੱਟ ਪਾ ਕੇ ਗਲ ਵਿੱਚ ਪਾ ਦੇਣਾ ਤੇ ਕਹਿੰਦਾ ਜਨੇਊ ਹੈ, ਇਹ ਸੂਤ ਸਾਡੇ ਘਰ ਵਿੱਚ ਕੱਤਿਆ ਜਾਂਦਾ, ਸਾਡੇ ਘਰ ਵਿੱਚ ਬਣਾਇਆ ਜਾਂਦਾ, ਅਸੀਂ ਬਣਾਉਂਦੇ ਹਾਂ। ਹਮ ਗਰ ਸੂਤ ਤਨੇ ਨਿਤ ਤਾਨਾ,
ਕੰਠ ਜਨੇਊ ਤੁਮਾਰੇ, ਵੀ ਕਮਾਲ ਦੀ ਗੱਲ ਸੂਤਰ ਅਸੀਂ ਬਣਾਉਂਦੇ ਹਾਂ ਤੇ ਕੰਠ ਦੇ ਵਿੱਚ ਤੁਸੀਂ ਪਾ ਕੇ ਬ੍ਰਾਹਮਣ ਹੋ ਜਾਂਦੇ ਹੋ, ਜਦ ਕਿ ਬਣਾਉਂਦੇ ਅਸੀਂ ਹਾਂ। ਇਸ ਸੂਤ ਨੂੰ ਕੱਤਦੇ ਅਸੀਂ ਹਾਂ। ਤੁਮ ਤੋਂ ਪੜ੍ਹਤੇ ਵੇਦ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਜਿਸ ਲਈ ਤੁਸੀਂ ਵੇਦ ਪੜ੍ਹਦੇ ਹੋ, ਗਾਇਤਰੀ ਦਾ ਜਾਪ ਕਰਦੇ ਹੋ, ਉਹ ਗੋਬਿੰਦ ਮੇਰੇ ਹਿਰਦੇ ਦੇ 'ਚ, ਉਹ ਮੇਰੇ ਰੋਮ ਰੋਮ ਦੇ 'ਚ ਵਸਿਆ ਹੋਇਆ ਹੈ। ਇਸ ਤਰੀਕੇ ਨਾਲ ਦੋ ਫਿਰਕਿਆਂ ਦੇ ਧਾਰਮਿਕ ਮੁਖੀ, ਅਖੌਤੀ ਧਾਰਮਿਕ ਮੁਖੀ ਕਬੀਰ ਦੇ ਮੁਖਾਲਫ ਹੋਏ। ਔਰ ਇਸ ਤਰ੍ਹਾਂ ਦੇ ਫੋਕੇ ਧਾਰਮਿਕ ਬੰਦਿਆਂ ਦੀ ਮੁਖਾਲਫਤ ਕਈ ਦਫਾ ਬਹੁਤ ਵੱਡੇ ਦੁੱਖ ਤੇ ਪੀੜਾ ਨੂੰ ਜਨਮ ਦਿੰਦੀ ਹੈ। ਆਖਿਰ ਉਹ ਵੀ ਵਕਤ ਆ ਗਿਆ ਕਿ ਸਿਕੰਦਰ ਲੋਧੀ ਨੇ ਔਖੇ ਹੋ ਕੇ ਕਬੀਰ ਨੂੰ ਤਰ੍ਹਾਂ ਤਰ੍ਹਾਂ ਦੇ ਤਸਈਏ ਦੇਣੇ ਸ਼ੁਰੂ ਕੀਤੇ। ਔਰ ਉਹ ਵੀ ਸਮਾਂ ਆ ਗਿਆ ਕਿ ਦੂਸਰੇ ਫਿਰਕੇ ਦੇ ਮੁਖੀਆਂ ਨੇ ਕਬੀਰ ਦੇ ਘਰ ਨੂੰ ਅੱਗ ਲਾ ਦਿੱਤੀ। ਬਨਾਰਸ ਦੇ 'ਚ ਆਪ ਦੀ ਝੁੱਗੀ ਜਲ ਗਈ, ਖੱਡੀ ਜਲ ਗਈ, ਬੁਣਿਆ ਹੋਇਆ ਕੱਪੜਾ ਜਲ ਗਿਆ। ਔਰ ਅੱਧੀ ਰਾਤ ਦੇ ਵਕਤ ਕਬੀਰ ਦੇ ਘਰ ਨੂੰ ਅੱਗ ਲਾਈ ਗਈ। ਕਬੀਰ ਗੰਗਾ ਦੇ ਤੱਟ ਤੇ ਬੈਠਾ ਸੀ। ਆਪ ਦਾ ਲੜਕਾ ਕਮਾਲ, ਜੋ ਵਾਕਈ ਕਮਾਲ ਸੀ, ਜੀਵਨ ਦੇ 'ਚ ਜ਼ਿੰਦਗੀ ਦੇ ਹਰ ਪਹਿਲੂ ਦੇ 'ਚ ਕਮਾਲ ਦਿਖਾਣਾ ਹੀ ਉਸ ਦਾ ਕਮਾਲ ਸੀ। ਉਹ ਭੱਜਿਆ ਹੋਇਆ ਗਿਆ ਗੰਗਾ ਦੇ ਤੱਟ ਤੇ ਭਗਤ ਜੀ ਆਪਣੇ ਪਿਤਾ ਨੂੰ ਕਹਿਣ ਲੱਗਾ, ਬਾਪੂ ਘਰ ਨੂੰ ਅੱਗ ਲੱਗ ਗਈ ਹੈ, ਝੁੱਗੀ ਜਲ ਗਈ ਹੈ, ਖੱਡੀ ਜਲ ਗਈ ਹੈ, ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਹੈ, ਸਾਡੇ ਮਕਾਨ ਨੂੰ ਜਲਾ ਕੇ ਖਾਕ ਕਰ ਦਿੱਤਾ ਗਿਆ ਹੈ। ਕਬੀਰ ਕਿਸੇ ਮੌਜ 'ਚ ਬੈਠੇ ਸਨ, ਕਿਸੇ ਅਗੰਮੀ ਰਸ ਦੇ 'ਚ ਬੈਠੇ ਸਨ। ਆਪਨੇ ਫੌਰਨ ਕਹਿ ਦਿੱਤਾ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਿਓ ਸਮਾਏ। ਐ ਮੇਰੇ ਬੇਟੇ, ਜਿਸ ਮਸਤੀ ਦੇ 'ਚ ਮੈਂ ਲੀਨ ਹਾਂ, ਜਿਸ ਰੰਗ ਦੇ 'ਚ ਮੈਂ ਬੈਠਾ ਹਾਂ, ਮੇਰੇ ਤਨ ਨੂੰ ਵੀ ਕੋਈ ਅੱਗ ਲਾ ਦੇਵੇ ਤਾਂ ਵੀ ਪਰਵਾਹ ਨਹੀਂ, ਕੋਈ ਗੱਲ ਨਹੀਂ। ਜਿਸ ਮੌਜ ਦੇ 'ਚ ਮੈਂ ਬੈਠਾ, ਇਸ ਮੌਜ ਨੂੰ ਕੋਈ ਅੱਗ ਨਹੀਂ ਲਾ ਸਕਦਾ। ਜਿਸ ਆਨੰਦ ਦੇ 'ਚ ਮੈਂ ਬੈਠਾ, ਇਸ ਨੂੰ ਕੋਈ ਜਲਾ ਨਹੀਂ ਸਕਦਾ, ਇਹਨੂੰ ਕੋਈ ਸਾੜ ਨਹੀਂ ਸਕਦਾ। ਤੇ ਜਿਹੜੀਆਂ ਚੀਜ਼ਾਂ ਸੜ ਗਈਆਂ ਨੇ, ਕੋਈ ਗੱਲ ਨਹੀਂ, ਇਹ ਫਿਰ ਬਣ ਜਾਣਗੀਆਂ, ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ। ਔਰ ਮੈਨੂੰ ਤੇ ਐਸਾ ਮਹਿਸੂਸ ਹੁੰਦਾ ਹੈ, ਇਹ ਅੱਗ ਵੀ ਪ੍ਰਭੂ ਆਪ ਹੈ, ਇਹ ਪਵਨ ਵੀ ਪ੍ਰਭੂ ਆਪ ਹੈ। ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਜ਼ਰਰੇ ਜ਼ਰਰੇ ਵਿੱਚ ਪ੍ਰਭੂ ਦੇ ਦਰਸ਼ਨ ਕਰਨੇ ਔਰ ਉਸ ਦਾ ਦਰਸ਼ਨ ਕਰਾਉਣਾ, ਇਹੀ ਰੋਜ਼ਮਰਾ ਦੀ ਜ਼ਿੰਦਗੀ ਦਾ ਕਰਤੱਵ ਬਣ ਗਿਆ। ਤੋ ਸਿਕੰਦਰ ਲੋਧੀ ਦੀ ਮੁਖਾਲਫਤ ਵੀ ਆਪਣਾ ਰੰਗ ਲਿਆਈ। ਔਰ ਇਹ ਮੁਖਾਲਫਤ ਸਿਰਫ ਇਸ ਵਾਸਤੇ ਸੀ ਕਿ ਜਿੱਥੇ ਉਹ ਹਿੰਦੂ ਤੱਤ ਦੀ ਸ਼ਰ੍ਹਾ ਦਾ ਧਾਰਨੀ ਨਹੀਂ ਸੀ, ਉੱਥੇ ਮੁਸਲਿਮ ਸ਼ਰ੍ਹਾ ਦਾ ਵੀ ਧਾਰਨੀ ਨਹੀਂ ਸੀ। ਬਨ ਕੇ ਹਾਥੀ ਦੇ ਅੱਗੋਂ ਸੁੱਟ ਦਿੱਤਾ ਗਿਆ, ਹੱਥ ਪੈਰ ਬੰਨ ਕੇ, ਮੁਸ਼ਕਾਂ ਬੰਨ ਕੇ। ਇੱਕ ਐਸਾ ਹਾਥੀ ਜਿਹਨੂੰ ਸ਼ਰਾਬ ਪਿਲਾ ਦਿੱਤੀ ਗਈ ਤੇ ਮਹਾਵਤ ਨੂੰ ਬਿਠਾ ਕੇ ਕਹਿ ਦਿੱਤਾ ਗਿਆ, ਕਬੀਰ ਨੂੰ ਇਸ ਹਾਥੀ ਦੇ ਥੱਲੇ ਰੋਂਦ ਕੇ, ਲਿਤਾੜ ਕੇ ਖਤਮ ਕਰ ਦਿਓ। ਪਰ ਕਮਾਲ ਦਾ ਉਹ ਹਾਥੀ, ਉਸਨੇ ਸੂੰਡ ਦੇ ਨਾਲ ਕਬੀਰ ਨੂੰ ਚੁੱਕਿਆ, ਕਬੀਰ ਨੂੰ ਮੱਥਾ ਟੇਕਿਆ। ਕਬੀਰ ਆਪ ਇਸ ਵਾਰਤਾ ਨੂੰ ਆਪਣੇ ਸ਼ਬਦ ਵਿੱਚ ਕਲਮਬੰਦ ਕਰਦੇ ਨੇ। ਹਸਤ ਨ ਤੋਰੇ ਧਰੇ ਧਿਆਨ, ਵਾਕੇ ਹਿਰਦੇ ਬਸੇ ਭਗਵਾਨ। ਹਾਥੀ ਨੇ ਮੇਰੇ ਸਰੀਰ ਨੂੰ ਤੋੜਿਆ ਨਹੀਂ, ਲਿਤਾੜਿਆ ਨਹੀਂ, ਬਲਕਿ ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਾਰੇ। ਵੀ ਉਹ ਤੇ ਮੇਰੀ ਉਸ ਪੋਟਲੀ ਨੂੰ ਜੋ ਮੁਸ਼ਕਾ ਬਣ ਕੇ ਮੈਨੂੰ ਰੱਖਿਆ ਗਿਆ, ਮੱਥਾ ਟੇਕਦਾ। ਕੁੰਚਰ ਪੋਟ ਲੈ ਲੈ ਨਮਸਕਾਰੇ। ਆਮ ਸਿਆਣਿਆਂ ਦਾ ਚਿੰਤਨ ਐਸਾ ਕਹਿੰਦਾ ਹੈ, ਗਊ, ਹਾਥੀ, ਹੰਸ, ਮੋਰ, ਕੁੱਤਾ ਔਰ ਘੋੜਾ ਇਹ ਮਨੁੱਖ ਦੇ ਬਹੁਤ ਨੇੜੇ ਨੇ। ਇਹ ਸੋਚਦੇ ਨੇ, ਇਹਨਾਂ ਦੇ ਅੰਦਰ ਸੋਚ ਦਾ ਮਾਦਾ ਉਤਪੰਨ ਹੋ ਸਕਦਾ ਹੈ ਜਾਂ ਉਤਪੰਨ ਹੋ ਗਿਆ। ਐਸਾ ਤੇ ਨਹੀਂ ਆਖ ਸਕਦੇ ਕਿ ਸਾਰੇ ਹੀ ਘੋੜੇ ਜਾਂ ਸਾਰੇ ਹੀ ਹਾਥੀ ਸੋਚਦੇ ਨੇ। ਸਾਰੇ ਤੇ ਮਨੁੱਖ ਵੀ ਸੋਚ ਮੰਡਲ ਦੇ 'ਚ ਨਹੀਂ ਰਹਿੰਦੇ। ਲੇਕਿਨ ਇਸ ਪਸ਼ੂ ਸ਼੍ਰੇਣੀ ਦੇ 'ਚ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦਾ ਮਨ ਵਿਕਸਿਤ ਹੋ ਚੁੱਕਿਆ ਹੈ ਔਰ ਉਹ ਮਨੁੱਖ ਦੇ ਨੇੜੇ ਨੇ। ਹਾਥੀ ਵੀ ਉਸੇ ਸ਼੍ਰੇਣੀ ਵਿੱਚ ਆਉਂਦਾ ਹੈ। ਉਹ ਬਾਰ-ਬਾਰ ਕਬੀਰ ਨੂੰ ਨਮਸਕਾਰ ਕਰਦਾ ਹੈ। ਤੇ ਹਾਥੀ ਦਾ ਇਹ ਪ੍ਰਸੰਗ
जो गुरु तेग बहादुर साहब जी महाराज ने बार बार अपनी बाणी ਦੇ ਦੁਹਰਾਇਆ ਹੈ ਕਿ ਜਿਸ ਵਕਤ ਉਹ ਪਾਣੀ ਪੀਣ ਲਈ ਇੱਕ ਸਰੋਵਰ ਵਿੱਚ ਗਿਆ ਤਾਂ ਇੱਕ ਮਗਰਮੱਛ ਨੇ ਹਾਥੀ ਨੂੰ ਪਕੜ ਲਿਆ। ਉਹ ਪੈਰ ਮੂੰਹ ਵਿੱਚ ਪਾ ਕੇ ਗਹਿਰੇ ਪਾਣੀ ਵਿੱਚ ਘਸੀਟ ਕੇ ਲੈ ਜਾ ਰਿਹਾ ਹੈ ਤੇ ਪਾਣੀ ਵਿੱਚ ਮਗਰਮੱਛ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਉਸ ਵਕਤ ਪੀੜਤ ਹਾਥੀ ਨੇ ਇੱਕ ਕਮਲ ਦਾ ਫੁੱਲ ਤੋੜ ਕੇ ਪਰਮਾਤਮਾ ਨੂੰ ਪੇਸ਼ ਕੀਤਾ, ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਕਰਦੇ ਨੇ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਇਹਦਾ ਮਤਲਬ ਹੈ ਹਾਥੀ ਵੀ ਰਾਮ ਕਹਿ ਸਕਦਾ ਹੈ। ਇਹਦਾ ਮਤਲਬ ਹੈ ਕਿ ਹਾਥੀ ਵੀ ਰਾਮ ਬਾਰੇ ਸੋਚ ਸਕਦਾ ਹੈ, ਹਾਥੀ ਵੀ ਈਸ਼ਵਰ ਦਾ ਚਿੰਤਨ ਕਰ ਸਕਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇੱਕ ਥਾਂ ਤੇ ਨਹੀਂ, ਅਨੇਕਾਂ ਥਾਵਾਂ ਤੇ ਇਹ ਉਦਾਹਰਣ ਆਇਆ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ। ਦੁਖਤ ਗਜਿੰਦ ਅਰਬਿੰਦ ਗਏ ਭੇਟ ਰਾਖੇ ਤਾਂ ਕਿ ਕਾਜੇ ਚੱਕਰ ਪਾਣ ਆਣ ਗ੍ਰਸੇ ਗ੍ਰਾਹ ਜੀ। ਭਾਈ ਸਾਹਿਬ ਕਹਿੰਦੇ ਨੇ ਦੁਖਤ ਅਵਸਥਾ ਦੇ ਵਿੱਚ ਹਾਥੀ ਨੇ ਕਮਲ ਦਾ ਫੁੱਲ ਪ੍ਰਭੂ ਨੂੰ ਭੇਟ ਕੀਤਾ, ਅਰਦਾਸ ਕੀਤੀ, ਹੇ ਪ੍ਰਭੂ ਮੇਰੀ ਰੱਖਿਆ ਕਰ। ਅਤੀ ਵਿਪਤਾ ਦੇ ਵਿੱਚ ਫਸੇ ਹੋਏ ਕਈ ਦਫਾ ਪਸ਼ੂ ਵੀ ਗੈਬੀ ਸ਼ਕਤੀ ਨੂੰ ਪੁਕਾਰਦੇ ਨੇ, ਕਿਉਂਕਿ ਉਹਨਾਂ ਕੋਲ ਉਸ ਗੈਬੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਆਸਰਾ ਨਹੀਂ ਰਹਿੰਦਾ, ਹੋਰ ਕੋਈ ਸਹਾਰਾ ਨਹੀਂ ਰਹਿੰਦਾ। ਅਗਰ ਹਾਥੀ ਐਸਾ ਸੋਚ ਸਕਦਾ ਹੈ ਤਾਂ ਹਾਥੀ ਫਿਰ ਮਨੁੱਖ ਦੇ ਬਹੁਤ ਨੇੜੇ ਹੈ। ਤੇ ਕਬੀਰ ਨੇ ਜੋ ਆਪਣੀ ਬਾਣੀ ਦੇ ਵਿੱਚ ਇਹ ਵਾਰਤਾ ਕਲਮਬੰਦ ਕੀਤੀ ਹੈ, ਤੇ ਕਬੀਰ ਨੂੰ ਹੋਇਆ ਕੋਈ ਬਹੁਤ ਲੰਬਾ ਅਰਸਾ ਨਹੀਂ ਹੋਇਆ, 600 ਸਾਲ ਦਾ ਸਮਾਂ ਬਤੀਤ ਹੋਇਆ ਜਦ ਕਿ ਘਟਨਾ ਘਟੀ ਹੈ। ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨਹਿ ਅੰਧਿਆਰੇ। ਕਬੀਰ ਕਹਿੰਦੇ ਨੇ ਕਮਾਲ ਦੀ ਗੱਲ, ਹਾਥੀ ਦੀ ਅੱਖਾਂ ਖੁੱਲੀਆਂ ਨੇ, ਉਹ ਮੇਰੀ ਅਸਲੀਅਤ ਵੇਖ ਰਿਹਾ ਹੈ, ਪਰ ਕਾਜ਼ੀ ਨੂੰ ਤੇ ਸਿਕੰਦਰ ਲੋਧੀ ਨੂੰ ਅਸਲੀਅਤ ਨਹੀਂ ਦਿਖਾਈ ਦਿੰਦੀ। ਔਖਾ ਹੋ ਗਿਆ ਸਿਕੰਦਰ ਲੋਧੀ ਵੀ ਹਾਥੀ ਨੇ ਤੋੜਿਆ ਨਹੀਂ, ਹਾਥੀ ਨੇ ਕੁਚਲਿਆ ਨਹੀਂ, ਹਾਥੀ ਨੇ ਕਬੀਰ ਨੂੰ ਖਤਮ ਨਹੀਂ ਕੀਤਾ। ਤਾਂ ਅਹਿਲਕਾਰਾਂ ਨੂੰ ਕਿਹਾ ਇਹਨੂੰ ਚੁੱਕ ਕੇ ਗੰਗਾ 'ਚ ਸੁੱਟ ਦਿਓ। ਗੰਗਾ ਆਪਣੇ ਜੋਬਨ ਤੇ ਚੜੀ ਹੋਈ ਸੀ, ਭਾਦਰੋਂ ਦਾ ਮਹੀਨਾ ਸੀ, ਅਥਾਹ ਪਾਣੀ ਵਗ ਰਿਹਾ ਸੀ। ਆਖਰ ਕਬੀਰ ਨੂੰ ਚੁੱਕ ਕੇ ਗੰਗਾ ਦੇ ਗਹਿਰੇ ਪ੍ਰਵਾਹ ਵਿੱਚ ਸੁੱਟ ਦਿੱਤਾ ਗਿਆ। ਆਪ ਦੇ ਉੱਥੇ ਵੀ ਬਹੁਤ ਸੁੰਦਰ ਬੋਲ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ। ਗੰਗਾ ਕੀ ਲਹਿਰ ਮੇਰੀ ਟੂਟੀ ਜ਼ੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ। ਜਿਹੜੀਆਂ ਲਹਿਰਾਂ ਬੰਦੇ ਨੂੰ ਡੋਬ ਕੇ ਰੱਖ ਦਿੰਦੀਆਂ ਨੇ, ਉਹਨਾਂ ਲਹਿਰਾਂ ਨੇ ਕਬੀਰ ਦੀਆਂ ਜ਼ੰਜੀਰਾਂ ਹੀ ਤੋੜ ਦਿੱਤੀਆਂ। ਇਸ ਨੂੰ ਇੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ, फानूस बन के जिसकी हिफाजत हवा करे वो शमा कब बुझे जिसे रोशन खुदा करे। हवा ही जिस दीवे दी हिफाजत करे उस दीवे ਨੂੰ ਕੌਣ ਬੁਝਾਏਗਾ। ਲਹਿਰਾਂ ਹੀ ਜਿਸ ਮਨੁੱਖ ਨੂੰ ਪਾਰਲੇ ਕੰਡੇ ਤੇ ਲੈ ਜਾਣ, ਕਿਨਾਰੇ ਤੇ ਲਾਣ, ਉਸ ਬੰਦੇ ਨੂੰ ਡੋਬਣਾ ਬੜਾ ਔਖਾ ਹੈ। ਦੁੱਖ ਹੀ ਜਿਸ ਬੰਦੇ ਨੂੰ ਗਿਆਨ ਦੇ ਜਾਣ, ਸਿੱਖਿਆ ਦੇ ਜਾਣ ਔਰ ਭਵ ਸਾਗਰ ਤੋਂ ਪਾਰ ਹੋਣ ਦੀ ਪ੍ਰੇਰਨਾ ਦੇ ਜਾਣ, ਐਸੇ ਬੰਦੇ ਨੂੰ ਦੁਖੀ ਕਰਨਾ ਬਹੁਤ ਔਖਾ ਹੈ, ਐਸੇ ਬੰਦੇ ਨੂੰ ਪੀੜਿਤ ਕਰਨਾ ਬਹੁਤ ਔਖਾ ਹੈ। ਸਿਆਣਾ ਬੰਦਾ ਤੇ ਜ਼ਿੰਦਗੀ ਦੇ ਹਰ ਦੁੱਖ ਤੋਂ ਨਵਾਂ ਅਨੁਭਵ ਲੈਂਦਾ ਹੈ, ਨਵੀਂ ਪ੍ਰੇਰਨਾ ਲੈਂਦਾ ਹੈ, ਨਵੀਂ ਸਿੱਖਿਆ ਲੈਂਦਾ ਹੈ, ਨਵੀਂ ਦੀਕਸ਼ਾ ਲੈਂਦਾ ਹੈ। ਤੋ ਆਪ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੂਟੀ ਜ਼ੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ। ਔਰ ਆਪ ਸਾਫ਼ ਕਹਿੰਦੇ ਨੇ ਮਨ ਨਾ ਡਰੇ ਤਨ ਕਾਹੇ ਕੋ ਡਿਗਾਏ ਚਰਨ ਕਮਲ ਚਿਤ ਰਹਿਓ ਸਮਾਏ। ਮਨ ਪ੍ਰਭੂ ਦੇ ਚਰਨ ਨਾਲ ਐਸਾ ਜੁੜਿਆ ਹੈ ਕਿ ਜਦ ਮਨ ਡਰਦਾ ਹੀ ਨਹੀਂ ਤੇ ਇਹ ਸਿਕੰਦਰ ਸਰੀਰ ਦੇ ਭਾਵੇਂ ਤੂੰ ਟੁਕੜੇ ਟੁਕੜੇ ਕਰ ਦੇ, ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰ ਦੇ, ਇਹ ਸਿਕੰਦਰ ਲੋਧੀ ਮੈਂ ਸਰੀਰ ਦੇ ਤਲ ਤੋਂ ਉੱਚਾ ਜੀ ਰਿਹਾ। ਸਰੀਰ ਨੂੰ ਭਾਵੇਂ ਤੂੰ ਡੋਬ ਦੇ, ਸਰੀਰ ਨੂੰ ਭਾਵੇਂ ਤੂੰ ਕੱਟ ਦੇ, ਸਰੀਰ ਨੂੰ ਭਾਵੇਂ ਤੂੰ ਛਲਣੀ ਕਰ ਦੇ, ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰ ਦੇ, ਮੇਰਾ ਮਨ ਡਰਦਾ ਹੀ ਨਹੀਂ। ਵਾਕਈ ਵੱਡੇ ਵੱਡੇ ਕੰਮ ਸੰਸਾਰ ਵਿੱਚ ਉਹਨਾਂ ਮਨੁੱਖਾਂ ਨੇ ਕੀਤੇ ਨੇ ਜੋ ਸਰੀਰ ਦੇ ਤਲ ਤੋਂ ਥੋੜ੍ਹਾ ਜਿਹਾ ਉੱਚਾ ਜੀਵਦੇ ਨੇ, ਜੋ ਸਰੀਰ ਦੇ ਮੋਹ ਵਿੱਚ, ਸਰੀਰ ਦੀ ਪਕੜ ਵਿੱਚ ਜੀਵਦੇ ਨੇ। ਖਿਮਾ ਕਰਨੀ ਉਹ ਮਨੁੱਖ ਕਦੀ ਵੀ ਸੰਸਾਰ ਵਿੱਚ ਕੋਈ ਖਾਸ ਕੰਮ, ਮਹਾਨ ਕੰਮ ਨਹੀਂ ਕਰ ਸਕੇ ਔਰ ਹਮੇਸ਼ਾ ਹੀ ਜ਼ਿੰਦਗੀ ਦੀ ਦੌੜ ਵਿੱਚ ਪਛੜੇ ਜੋ ਹੈ ਰਹਿ ਜਾਂਦੇ ਨੇ। ਤੋ ਭਗਤ ਕਬੀਰ ਹਰ ਫਿਰਕੇ ਨੂੰ, ਹਰ ਤਬਕੇ ਨੂੰ ਸੱਚ ਦਾ ਉਪਦੇਸ਼, ਸੱਚ ਦਾ ਸੰਦੇਸ਼ ਦਿੰਦਿਆਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਬਿਰਧ ਹੋ ਗਏ।
ਬੁਢਾਪਾ ਹੋ ਗਿਆ ਤੇ ਆਪ ਨੇ ਬਨਾਰਸ ਛੱਡਣ ਦਾ ਫੈਸਲਾ ਕੀਤਾ। ਸਗਲ ਜਨਮ ਸਿਵਪੁਰੀ ਬਿਤਾਇਆ, ਮਰਤੀ ਬਾਰ ਮਗਹਰ ਉੱਠਦਾਇਆ। ਆਪ ਸਵੈਮ ਕਹਿੰਦੇ ਨੇ ਕਿ ਮੇਰਾ ਅੰਤਿਮ ਸਮਾਂ ਜਦ ਆਇਆ ਤਾਂ ਮੈਂ ਮਗਹਰ ਚਲਾ ਗਿਆ। ਕਿਉਂ? ਜੋ ਤਨ ਕਾਸੀ ਤਜੇ ਕਬੀਰਾ, ਰਮਈਏ ਕਹਾਂ ਨਾ ਹੋ ਰਾ। ਫਿਰ ਰਾਮ ਦਾ ਕੀ ਅਹਿਸਾਨ ਕਿ ਮੈਂ ਬਨਾਰਸ ਦੇ 'ਚ ਪ੍ਰਾਣ ਤਿਆਗ ਕੇ ਸ਼ਿਵਾਂ ਦੀ ਪੁਰੀ ਚਲਾ ਜਾਵਾਂ, ਮੋਕਸ਼ ਨੂੰ ਪ੍ਰਾਪਤ ਕਰਾਂ, ਤੇ ਮੇਰੀ ਬੰਦਗੀ ਦਾ ਕੀ ਲਾਭ, ਮੇਰੇ ਕੀਤੇ ਹੋਏ ਜਪ ਤਪ ਦਾ ਕੀ ਲਾਭ। ਇਸ ਵਾਸਤੇ ਆਪ ਆਪਣੀ ਪਤਨੀ ਨੂੰ ਮੁਖਾਤਬ ਕਰਦੇ ਹੋਏ ਕਹਿੰਦੇ ਨੇ, ਕਹਿਤ ਕਬੀਰ ਸੁਨੋਰੀ ਲੋਈ, ਪਰਮ ਨ ਭੂਲੋ ਕੋਈ, ਕਿਆ ਕਾਸੀ ਕਿਆ ਓ ਕਰ ਮਗਹਰ, ਰਾਮ ਹਿਰਦੇ ਜੋ ਹੋਈ। ਚਾਹੇ ਬਨਾਰਸ ਹੋਵੇ ਤੇ ਚਾਹੇ ਮਗਹਰ ਧਰਤੀ ਹੋਵੇ, ਰਾਮ ਨਾਮ ਦੇ ਲੀਨ ਜਿਹੜਾ ਪੁਰਸ਼ ਹੈ, ਚਾਹੇ ਬਨਾਰਸ ਦੇ ਸਮਾ ਜਾਏ ਤੇ ਚਾਹੇ ਮਗਹਰ ਦੇ ਸਮਾ ਜਾਏ, ਉਹ ਵਾਸਤਵਿਕ ਮੋਕਸ਼ ਗਤੀ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹਦੇ ਹਿਰਦੇ ਵਿੱਚ ਰਾਮ ਦਾ ਵਾਸਾ ਹੈ, ਉਸਦੇ ਹਿਰਦੇ ਵਿੱਚ ਈਸ਼ਵਰ ਦਾ ਵਾਸਾ ਹੈ। ਅਸਥਾਨ ਭੇਦ ਉਸ ਲਈ ਕੋਈ ਮੈਨੇ ਨਹੀਂ ਰੱਖਦਾ, ਕੋਈ ਅਹਿਮੀਅਤ ਨਹੀਂ ਰੱਖਦਾ। ਇਸ ਤਰ੍ਹਾਂ ਦੇ ਭਰਮ ਵਹਿਮ ਤੋਂ ਕਬੀਰ ਨੇ ਮਨੁੱਖਤਾ ਨੂੰ ਉੱਚਾ ਕੀਤਾ।